वेलकम बैक टू माय यूट्यूब चैनल। मैं उम्मीद करती हूँ तुम सारे बड़े कैंट हो गए एंड वीडियो स्टार्ट करन तो पहला बिलेटेड हैप्पी होली टू ऑल ऑफ यू। मैं उम्मीद करती हूँ तुम होली बड़ी वधिया तरह अपनी फैमिली ने इंजॉय करके मनाई होगी। एंड इस ਲੈਕਚਰ ਦੇ ਵਿੱਚ ਆਪਾਂ ਗੱਲ ਕਰਾਂਗੇ ਦ ਬੁੱਕ ਜਿਹੜੀ ਪ੍ਰਦੀਪ ਦੁਆਰਾ ਹੈ ਐਂਡ ਇਟਸ ਆਥਰ ਇਜ਼ ਡਾਕਟਰ ਰਾਜਵਿੰਦਰ ਕੌਰ ਰੰਧਾਵਾ। ਦਿਸ ਇਜ਼ ਨਿਊਟ੍ਰੀਸ਼ਨ ਐਂਡ ਬੇਸਿਕਲੀ ਚਾਈਲਡ ਡਿਵੈਲਪਮੈਂਟ ਔਰ ਹਿਊਮਨ ਡਿਵੈਲਪਮੈਂਟ ਵੀ ਕੈਨ ਸੇ। ਸੋ ਇਹਦੇ ਵਿੱਚ ਜਿਹੜਾ ਨਿਊਟ੍ਰੀਸ਼ਨ ਵਾਲਾ ਪਾਰਟ ਆ ਦੈਟ ਆਈ ਗੋਨਾ ਟੀਚ ਇਨ ਦ ਫਿਊ ਲੈਕਚਰਸ ਫਿਊ ਕਮਿੰਗ ਵੀਡੀਓਜ਼। ਸੋ ਇਹਦੇ ਵਿੱਚ ਬੇਸਿਕਲੀ ਅਗਰ ਗੱਲ ਕਰਾਂ ਇਹ ਬੁੱਕ ਕਿਹਨਾਂ ਨੂੰ ਲੱਗੀ ਹੋਈ ਆ, ਸੋ ਇਹ BSc ਹੋਮ ਸਾਇੰਸ ਐਂਡ ਅਦਰ BSCs ਨੂੰ ਵੀ ਲੱਗੀ ਹੋਈ ਆ। ਸੋ ਮੈਨੂੰ ਪਤਾ ਨਹੀਂ ਐਗਜ਼ੈਕਟਲੀ ਕਿ ਕਿਹੜੀ BSc ਹੋਰ ਨੂੰ ਲੱਗੀ ਹੋਈ ਆ। ਸੋ ਇਹਦੇ ਵਿੱਚ ਆਪਾਂ ਥੋੜੀ ਜਿਹੀ ਇਹਦੇ ਬਾਰੇ ਡਿਟੇਲਿੰਗ ਕਰਾਂਗੇ। ਅਗਰ ਤੁਹਾਨੂੰ ਇਹ ਠੀਕ ਲੱਗਦਾ ਕਿ ਮੈਂ ਇਹ ਬੁੱਕ ਬਾਰੇ ਡਿਟੇਲਿੰਗ ਕਰਾਂ ਤਾਂ ਤੁਸੀਂ ਪਲੀਜ਼ ਇਸ ਵੀਡੀਓ ਦੇ ਨੀਚੇ ਕਮੈਂਟ ਕਰ ਦਿਓ। ਐਂਡ ਅਗਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਜਾ ਕੇ ਸਾਰੇ ਰੀਤੀ ਰਿਵਾਜ ਪੂਰੇ ਕਰ ਦਿਓ। ਪਲੀਜ਼ ਸ਼ੇਅਰ ਸਬਸਕ੍ਰਾਈਬ ਐਂਡ ਲਾਈਕ ਜ਼ਰੂਰ ਕਰ ਦਿਓ ਇਸ ਵੀਡੀਓ ਨੂੰ ਤਾਂ ਕਿ ਸਾਡਾ ਵੀ ਹੌਸਲਾ ਵੱਧ ਜਾਂਦਾ ਇਸ ਵੀਡੀਓ ਨੂੰ ਦੇਖ ਕੇ। ਸੋ ਅਗਰ ਆਪਾਂ ਗੱਲ ਕਰੀਏ ਇਹਦੇ ਪਹਿਲੇ ਲੈਕਚਰ ਬਹੁਤ ਈਜ਼ੀ ਬੁੱਕ ਆ ਇੰਪੋਰਟੈਂਸ ਐਂਡ ਫੰਕਸ਼ਨਸ ਆਫ ਫੂਡ। ਇਹ ਚੀਜ਼ਾਂ ਆਪਾਂ ਸ਼ੁਰੂ ਤੋਂ ਪੜ੍ਹੀਆਂ ਹੋਈਆਂ। ਇਫ ਯੂ ਆਰ ਬਿਲੋਂਗਿੰਗ ਫਰੋਮ ਅ ਸਾਇੰਸ ਡਿਪਾਰਟਮੈਂਟ ਜਾਂ ਫਿਰ ਅਗਰ ਬਾਇਓ ਚੋਂ ਫਿਰ ਤਾਂ ਬਹੁਤ ਜ਼ਿਆਦਾ ਈਜ਼ੀ ਆ ਤੁਹਾਡੇ ਲਈ। ਅਗਰ ਤੁਸੀਂ ਇਹ 10th 'ਚ ਵੀ ਆਪਾਂ ਥੋੜ੍ਹੀਆਂ ਬਹੁਤੀਆਂ ਚੀਜ਼ਾਂ ਪੜ੍ਹੀਆਂ ਹੋਈਆਂ। ਦਿਸ ਫਰਸਟ ਚੈਪਟਰ ਇਜ਼ ਵੈਰੀ 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 ਈਜ਼ੀ। ਸੋ ਇਹਦੇ ਵਿੱਚ ਜੋ ਅਗਰ ਆਪਾਂ ਗੱਲ ਕਰੀਏ ਤਾਂ ਸਿਲੇਬਸ ਕੀ ਹੁੰਦਾ ਹੈ, 12 ਮਾਰਕ ਦਾ ਇੱਕ ਕੁਐਸਚਨ ਮਤਲਬ ਕਿ ਇਸ ਪੂਰੇ 'ਚੋਂ 12 ਮਾਰਕਸ ਦੇ ਕੁਐਸਚਨ ਆਉਂਦੇ ਹੁੰਦੇ ਆ। ਇਹ ਜਿਹੜਾ ਇੱਕ ਚੈਪਟਰ ਹੈਗਾ ਇੱਕ ਜਿਹੜਾ ਸਬਜੈਕਟ ਹੈ ਹੋਏਗਾ ਨਿਊਟ੍ਰੀਸ਼ਨ ਸਬਜੈਕਟ। ਇਹਦੇ ਵਿੱਚ ਕੁਐਸਚਨਸ ਆਉਣਗੇ 8 ਕੁਐਸਚਨ ਆਉਣਗੇ, ਠੀਕ ਹੈ, 12 ਮਾਰਕਸ ਦੇ। ਸੋ ਪਹਿਲਾ ਜਿਹੜਾ ਸਾਡੇ ਕੋਲ ਚੈਪਟਰ ਹੈਗਾ ਹੈ ਦੈਟ ਇਜ਼ ਇੰਪੋਰਟੈਂਸ ਐਂਡ ਫੰਕਸ਼ਨਸ ਆਫ ਫੂਡ। ਅਗਰ ਗੱਲ ਕੀਤੀ ਜਾਵੇ ਤਾਂ ਫਰਸਟ ਸਮੈਸਟਰ ਦੇ ਵਿੱਚ ਕਿਹੜੇ ਜਿਹੜੇ ਸਬਜੈਕਟ ਆ ਉਹ ਸਾਡੇ ਕਿਹੜੇ ਚੈਪਟਰਸ ਨੇ। ਫਰਸਟ ਹੈਗਾ ਇੰਪੋਰਟੈਂਸ ਐਂਡ ਫੰਕਸ਼ਨਸ ਆਫ ਫੂਡ ਐਂਡ ਸੈਕਿੰਡ ਅਸੈਂਸ਼ੀਅਲ ਫੂਡ ਕਨਸਟੀਟਿਊਐਂਟ ਕਾਰਬੋਹਾਈਡਰੇਟ ਪ੍ਰੋਟੀਨਸ ਐਂਡ ਫੈਟਸ। ਥਰਡ ਆ ਜਾਂਦਾ ਹੈ ਕੁਕਿੰਗ ਆਫ ਫੂਡ ਕਾਜ਼ਜ਼ ਮੈਥਡਸ ਐਂਡ ਇਫੈਕਟਸ ਐਂਡ ਇਹ 3 ਚੈਪਟਰ ਆ ਇਹਦੇ ਵਿੱਚ, ਠੀਕ ਹੈ। ਸੋ ਫਰਸਟ ਚੈਪਟਰ ਸਾਡੇ ਕੋਲ ਆ ਗਿਆ ਇੰਪੋਰਟੈਂਸ ਐਂਡ ਫੰਕਸ਼ਨਸ ਆਫ ਫੂਡ। ਨਾਓ ਫੂਡ ਸਾਨੂੰ ਪਤਾ ਹੋਣਾ ਚਾਹੀਦਾ ਕਿ ਫੂਡ ਕੀ ਹੁੰਦਾ। ਅਸੀਂ ਜੋ ਅੱਜ ਖਾ ਰਹੇ ਹਾਂ, ਜੋ ਅਸੀਂ ਜੀ ਰਹੇ ਹਾਂ, ਦੈਟ ਇਜ਼ ਆਲ ਡਿਪੈਂਡੈਂਟ ਅਪਨ ਆਪਾਂ ਸਾਰੇ ਫੂਡ ਤੇ ਡਿਪੈਂਡੈਂਟ ਆ, ਠੀਕ ਹੈ। ਸੋ ਫੂਡ ਜਿਹੜਾ ਆ ਇਹਦੇ ਬਹੁਤ ਜ਼ਿਆਦਾ ਇੰਪੋਰਟੈਂਸ ਆ ਸਾਡੀ ਲਾਈਫ ਦੇ ਵਿੱਚ ਤੇ ਇਹਦੇ ਬਹੁਤ ਇੰਪੋਰਟੈਂਟ ਜਿਹੜੇ ਫੰਕਸ਼ਨਸ ਨੇ ਸਾਡੀ ਲਾਈਫ ਦੇ ਵਿੱਚ। ਸੋ ਬੇਸਿਕਲੀ ਅਗਰ ਫੂਡ ਦੀ ਉਹਨਾਂ ਨੇ ਡੈਫੀਨੇਸ਼ਨ ਪੁੱਛ ਲਈ ਦੈਟ ਵਾਟ ਇਜ਼ ਫੂਡ ਐਂਡ ਵਾਟ ਇਜ਼ ਨਿਊਟ੍ਰੀਸ਼ਨ। ਸੋ ਪਹਿਲਾਂ ਆਪਾਂ ਫੂਡ ਦੀ ਡੈਫੀਨੇਸ਼ਨ ਦੇਵਾਂਗੇ, ਫਿਰ ਆਪਾਂ ਨਿਊਟ੍ਰੀਸ਼ਨ ਦੀ ਡੈਫੀਨੇਸ਼ਨ ਦੇਵਾਂਗੇ, ਫਿਰ ਉਹ ਇੱਕ ਹੋਰ ਕੁਐਸਚਨ ਪੁੱਛ ਸਕਦੇ ਆ 3 ਕੁਐਸਚਨ ਮਿਕਸ ਅਪ ਕਰਕੇ ਕਿ ਡਿਫਾਈਨ ਫੂਡ, ਡਿਫਾਈਨ ਐਂਡ ਜੇ ਇੱਦਾਂ ਵੀ ਦਿੱਤਾ ਹੋਵੇ ਨਾ ਡਿਫਾਈਨ ਫੂਡ ਐਂਡ ਡਿਸਕਸ ਦ ਰਿਲੇਸ਼ਨਸ਼ਿਪ ਬਿਟਵੀਨ ਫੂਡ ਐਂਡ ਨਿਊਟ੍ਰੀਸ਼ਨ। ਸੋ ਇਹਦੇ ਵਿੱਚ ਆਪਾਂ ਸਿੱਧਾ ਇੱਕ ਫੂਡ ਦੀ ਡੈਫੀਨੇਸ਼ਨ ਦੇ ਕੇ ਸਿੱਧਾ ਨਹੀਂ ਸਟਾਰਟ ਕਰ ਦੇਣਾ। ਪਹਿਲਾਂ ਫੂਡ ਦੀ ਡੈਫੀਨੇਸ਼ਨ ਦੇਣੀ ਹੈ, ਫਿਰ ਨਿਊਟ੍ਰੀਸ਼ਨ ਦੀ ਡੈਫੀਨੇਸ਼ਨ ਦੇਣੀ ਆ, ਫਿਰ ਸਟਾਰਟ ਕਰਨਾ ਹੈ ਕਿ ਇਹਨਾਂ ਦੋਵਾਂ ਦਾ ਕੋ ਰਿਲੇਸ਼ਨ ਕੀ ਹੈ, ਠੀਕ ਹੈ। ਬਿਕਾਜ਼ 12 ਮਾਰਕਸ ਦਾ ਕੁਐਸਚਨ ਆ ਦੈਟ ਮੀਨਸ ਯੂ ਹੈਵ ਟੂ ਫਿਲ 5 to 6 ਪੇਜਸ ਤਾਂ ਫਿਲ ਕਰਨੇ ਹੀ ਕਰਨੇ ਆ, ਠੀਕ ਹੈ। 6 ਪੇਜਸ 5 ਜਾਂ 6 ਪੇਜਸ 6 ਪੇਜਸ ਤੋਂ ਘੱਟ ਨਾ ਹੀ ਹੋਣ ਤਾਂ ਬਿਹਤਰ ਹੈ, ਠੀਕ ਹੈ। ਸੋ what is food? ਅਗਰ ਆਪਾਂ ਡੈਫੀਨੇਸ਼ਨ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਲਿਖਿਆ ਹੈ by the term food is meant anything edible that may be solid, semi-solid or liquid which when swallowed, digested and assimilated in the body proves useful to it, ਠੀਕ ਹੈ। ਕਹਿੰਦਾ ਫੂਡ ਇੱਕ ਖਾਣ ਵਾਲੀ ਚੀਜ਼, ਫੂਡ ਇੱਕ ਜਿਹੜੀ ਖਾਣ ਵਾਲੀ ਆ, ਚਾਹੇ ਉਹ ਸੋਲਿਡ ਹੋਵੇ, ਠੀਕ ਹੈ, ਚਾਹੇ ਉਹ ਸੈਮੀ ਸੋਲਿਡ ਹੋਵੇ ਜਾਂ ਫਿਰ ਲਿਕੁਇਡ ਹੋਵੇ, ਠੀਕ ਹੈ। ਜਿਹੜੀ ਵੀ ਅਸੀਂ ਖਾ ਰਹੇ ਹਾਂ, ਜਿਹਨੂੰ ਅਸੀਂ ਸਵੈਲੋ ਕਰ ਰਹੇ ਹਾਂ, ਆਪਣੇ ਅੰਦਰ ਲੰਘਾ ਰਹੇ ਹਾਂ, ਉਹਨੂੰ ਡਾਈਜੈਸਟ ਕਰ ਰਹੇ ਹਾਂ, ਸਾਡੀ ਬੋਡੀ ਉਹਨੂੰ ਸਿਮੂਲੇਟ ਕਰ ਰਹੀ ਆ, ਜਿਹੜੀ ਸਾਨੂੰ ਯੂਜ਼ਫੁਲ ਪ੍ਰੂਵ ਹੁੰਦੀ ਆ, ਠੀਕ ਹੈ। ਬੇਸਿਕਲੀ ਉਹ ਫੂਡ ਹੈਗਾ ਹੈ। These substances not only keep the person alive but also provide energy for growth, ਠੀਕ ਹੈ। ਅਸੀਂ ਹੁਣ ਰੋਟੀ ਖਾ ਰਹੇ ਹਾਂ, ਖਾਣਾ ਖਾ ਰਹੇ ਹਾਂ, that is because of our growth। ਇਹਦੇ ਨਾਲ ਸਾਡੀ ਗਰੋਥ ਹੁੰਦੀ ਆ, ਦੂਸਰਾ ਸਾਨੂੰ ਕੰਮ ਕਰਨ ਦੀ એનર્ਜੀ ਮਿਲਦੀ ਆ ਐਂਡ ਸਾਡੀ ਰੈਗੂਲੇਟ ਕਰਦਾ ਹੈ ਸਾਡੀ ਬੋਡੀ ਪ੍ਰੋਸੈਸਿਸ ਨੂੰ ਐਂਡ ਸਾਡੀ ਬੋਡੀ ਨੂੰ ਪ੍ਰੋਟੈਕਟ ਕਰਦਾ ਹੈ ਫਰੋਮ ਡਿਸੀਜ਼ਸ, ਠੀਕ ਹੈ। ਕਿ ਇਹਦੇ ਵਿੱਚ ਅਗਲੀ ਲਾਈਨ ਨਾਲ ਲਿਖਿਆ ਨਾਰਕੋਟਿਕਸ ਐਂਡ ਮੈਡੀਸਿਨਸ ਜਿਹੜੇ ਕਹਿੰਦੇ ਅਸੀਂ ਕੰਜ਼ਿਊਮ ਕਰਦੇ ਹਾਂ ਜਦੋਂ ਅਸੀਂ ਬਿਮਾਰ ਹੁੰਨੇ ਆ, ਉਹਨਾਂ ਨੂੰ ਇਨਕਲੂਡ ਨਹੀਂ ਕੀਤਾ ਗਿਆ ਕੈਟਾਗਰੀ ਆਫ ਫੂਡ ਦੇ ਵਿੱਚ, ਕਿਉਂਕਿ ਉਹਨਾਂ ਨੇ ਇਹ ਗੱਲ ਇੱਥੇ ਲਿਖੀ ਹੋਈ ਆ ਕਿ ਉਹ ਵਾਲਾ ਖਾਣਾ ਜਿਹੜਾ ਸਾਨੂੰ ਯੂਜ਼ਫੁਲ ਪ੍ਰੂਵ ਹੁੰਦਾ ਹੈ, ਮਤਲਬ ਸਾਡੀ ਬੋਡੀ ਨੂੰ ਜਿਹਦੇ ਨਾਲ ਫਾਇਦਾ ਹੁੰਦਾ ਹੈ, ਜਿਹਦੇ ਨਾਲ ਸਾਨੂੰ ਵਿਟਾਮਿਨਸ ਮਿਲਦੇ ਆ, ਮਿਨਰਲਸ ਮਿਲਦੇ ਆ, that is called a food, ਠੀਕ ਹੈ। Now what is nutrition?
Nutrition is that branch of science which deals with the nourishment of the body. ਜਿਹਦੇ ਨਾਲ ਸਾਡੀ ਬੋਡੀ ਜਿਹੜੀ ਆ ਉਹਦੀ ਨਰਿਸ਼ਮੈਂਟ ਹੁੰਦੀ ਆ, ਸਾਡੀ ਬੋਡੀ ਜਿਹੜੀ ਹੋਰ ਅੱਛੀ ਤਰ੍ਹਾਂ ਡਿਵੈਲਪ ਹੁੰਦੀ ਆ, ਸਾਡੀ ਬੋਡੀ ਦੇ ਵਿੱਚ ਜਿਹੜੀਆਂ ਡਿਸੀਜ਼ਸ ਨੇ ਸਾਨੂੰ ਉਹਨਾਂ ਨਾਲ ਲੜਨ ਦੀ ਸ਼ਮਤਾ ਮਿਲਦੀ ਆ, ਠੀਕ ਹੈ, ਸ਼ਕਤੀ ਮਿਲਦੀ ਆ. ਇਟ ਮੀਨਸ that nutrition is the combination of processes by which living organisms receive and utilizes the material. ਜਿਹੜਾ ਰਿਸੀਵ ਕਰਦੇ ਆ ਤੇ ਉਹਨੂੰ ਡਾਈਜੈਸਟ ਕਰਦੇ ਆ, ਉਹਨੂੰ ਯੂਟਿਲਾਈਜ਼ ਕਰਦੇ ਆ, ਜਿਹੜੇ ਉਹਨਾਂ ਦੀ ਨੈਸੈਸਰੀ ਹੁੰਦੇ ਆ ਉਹਨਾਂ ਦੀ ਮੇਨਟੇਨੈਂਸ ਵਾਸਤੇ, ਸਾਡੀ ਬੋਡੀ ਦੀ ਮੇਨਟੇਨੈਂਸ ਵਾਸਤੇ, ਸਾਡੀ ਬੋਡੀ ਦੀ ਗਰੋਥ ਵਾਸਤੇ, ਉਹਦੀ ਡਿਵੈਲਪਮੈਂਟ ਵਾਸਤੇ ਜਿਹੜੀ ਰਿਕੁਆਇਰਮੈਂਟ ਹੁੰਦੀ ਆ ਉਹ ਨਿਊਟ੍ਰੀਸ਼ਨ ਕਹਿੰਦੇ ਆ, ਠੀਕ ਹੈ. ਸੋ ਜਦੋਂ ਪੇਪਰ ਦੇ ਵਿੱਚ ਇੱਕ ਬੜੀ ਇੰਪੋਰਟੈਂਟ ਗੱਲ ਹੈ, ਅਗਰ ਤੁਸੀਂ ਇਹ ਵਾਲੀ ਡੈਫੀਨੇਸ਼ਨ ਲਿਖਤੀ, ਅਗਰ ਤੁਹਾਨੂੰ ਯਾਦ ਰਹਿੰਦਾ ਤਾਂ ਇਹ ਵਾਲੀਆਂ ਡੈਫੀਨੇਸ਼ਨ ਜ਼ਰੂਰ ਲਿਖਿਆ ਕਰੋ, ਚਾਹੇ ਇੱਕ ਲਿਖ ਦਿਓ, ਪਰ ਇਹ ਲਿਖਣਾ ਬਹੁਤ ਜ਼ਰੂਰੀ ਆ. ਅਕੋਰਡਿੰਗ ਟੂ ਰਾਜਮਲ ਪੀ ਦੇਵਦਾਸ ਜਾਂ ਫਿਰ ਇੱਦਾਂ ਜੋ ਵੀ ਲਿਖਿਆ, ਹੈਜ਼ ਡਿਫਾਈਨਡ ਨਿਊਟ੍ਰੀਸ਼ਨ that the condition which permits the development and maintenance of highest state of fitness. ਇਹ ਕਹਿੰਦਾ ਕਿ ਨਿਊਟ੍ਰੀਸ਼ਨ ਇੱਕ ਉਹ ਕੰਡੀਸ਼ਨ ਆ ਜਿਹਦੇ ਨਾਲ ਇੱਕ ਜਾਣੇ ਦੀ ਬੋਡੀ ਜਿਹੜੀ ਆ ਹਾਈਐਸਟ ਸਟੇਟ ਤੇ ਆ, ਮਤਲਬ ਫਿਟਨੈਸ ਉਹਦੀ ਹਾਈਐਸਟ ਸਟੇਟ ਤੇ, ਉਹਨੂੰ ਕੋਈ ਬਿਮਾਰੀ ਨਹੀਂ ਹੈ, ਉਹਨੂੰ ਕੋਈ ਸਿਰ ਦਰਦ ਨਹੀਂ ਹੁੰਦਾ, ਮਤਲਬ ਹੀ ਇਜ਼ ਵੈਰੀ ਫਿਟ ਐਂਡ ਹੀ ਔਰ ਸ਼ੀ ਇਜ਼ ਵੈਰੀ ਫਿਟ ਐਂਡ ਫਾਈਨ. ਸੋ ਉਸ ਚੀਜ਼ ਨੂੰ ਅਸੀਂ ਕੀ ਕਵਾਂਗੇ, ਨਿਊਟ੍ਰੀਸ਼ਨ ਕਵਾਂਗੇ. ਮੈਨੂੰ ਲੱਗਾ ਹੈ ਕਿ ਤੁਹਾਨੂੰ ਇਹ ਸਮਝ ਲੱਗ ਗਈ ਹੋਏਗੀ. ਨਾ ਵਾਟ ਇਜ਼ ਫੂਡ ਐਂਡ ਨਿਊਟ੍ਰੀਸ਼ਨ, ਇਹਦੇ ਵਿੱਚ ਅਗਰ ਕੋਈ ਵੀ ਕੁਐਸਚਨ ਆਉਂਦਾ ਤਾਂ ਯੂ ਕੈਨ ਸੋਲਵ ਇਟ ਵੈਰੀ ਕਲੀਅਰਲੀ, ਰਾਈਟ. ਹੁਣ ਕਹਿੰਦਾ ਹੈ ਕਿ ਨਿਊਟ੍ਰੀਸ਼ਨ ਹੈਜ਼ ਮੇਨਲੀ ਫੋਲੋਇੰਗ ਆਬਜੈਕਟਿਵਸ. ਹੁਣ ਇਹ ਆ ਸਕਦਾ ਹੈ ਕਿ ਵਾਟ ਆਰ ਦ ਆਬਜੈਕਟਿਵਸ ਆਫ ਨਿਊਟ੍ਰੀਸ਼ਨ. ਸੋ ਉਹਦੇ ਵਿੱਚ ਵੀ ਪਹਿਲਾਂ ਤੁਸੀਂ ਫੂਡ ਦੀ ਵੀ ਡੈਫੀਨੇਸ਼ਨ ਦੇ ਸਕਦੇ ਹੋ, ਅਗਰ ਤੁਹਾਨੂੰ ਕੁਐਸਚਨ ਜ਼ਿਆਦਾ ਨਹੀਂ ਲੰਬਾ ਹੋਣਾ, ਪਹਿਲਾਂ ਫੂਡ ਦੀ ਡੈਫੀਨੇਸ਼ਨ ਦਿਓ, ਫਿਰ ਨਿਊਟ੍ਰੀਸ਼ਨ ਦੀ ਡੈਫੀਨੇਸ਼ਨ ਦਿਓ, ਫਿਰ ਥੋੜਾ ਜਿਹਾ ਇਹਦਾ ਦੱਸੋ ਕਿ ਫੂਡ ਐਂਡ ਨਿਊਟ੍ਰੀਸ਼ਨ ਉਹ ਇੱਕ ਤਰ੍ਹਾਂ ਦੇ ਕੋਰਿਲੇਸ਼ਨ ਚ ਆ. ਦੈਨ ਸਟਾਰਟ ਦ ਨਿਊਟ੍ਰੀਸ਼ਨ ਐਜ਼ ਮੇਨਲੀ ਦ ਫੋਲੋਇੰਗ ਆਬਜੈਕਟਿਵਸ ਐਂਡ ਇਹਨਾਂ ਨੂੰ ਅੰਡਰਲਾਈਨ ਕਰੋ. ਦੈਨ ਗੋ ਟੂ ਦ ਫਰਸਟ ਪੁਆਇੰਟ ਕਿ ਇਹ ਕਾਹਦੇ ਲਈ ਯੂਜ਼ ਹੁੰਦੇ ਆ, ਟੂ ਟ੍ਰੇਨ ਦ ਪੀਪਲ ਅਬਾਊਟ ਦ ਇੰਪੋਰਟੈਂਸ ਆਫ ਗੁੱਡ ਨਿਊਟ੍ਰੀਸ਼ਨ. ਪੀਪਲਸ ਨੂੰ ਦੱਸਣਾ, ਸੌਰੀ ਮੈਨੂੰ ਲੱਗਦਾ ਲਿਖਿਆ ਨਹੀਂ, ਹਾਂ, ਪੀਪਲਸ ਨੂੰ ਜਾਣਕਾਰੀ ਦੇਣੀ ਕਿ ਇੰਪੋਰਟੈਂਸ ਆਫ ਗੁੱਡ ਨਿਊਟ੍ਰੀਸ਼ਨ ਦੀ ਕੀ ਆ ਸਾਡੀ ਬੋਡੀ ਵਾਸਤੇ, ਸਾਡੀ ਫਿਜ਼ੀਕਲ ਬੋਡੀ ਵਾਸਤੇ ਐਂਡ ਐਜ਼ ਵੈਲ ਐਜ਼ ਸਾਡੀ ਮੈਂਟਲ ਡਿਵੈਲਪਮੈਂਟ ਵਾਸਤੇ, ਠੀਕ ਹੈ. ਜਿਹੜਾ ਫੂਡ ਆ, ਜਿਹੜੀ ਨਿਊਟ੍ਰੀਸ਼ਨ ਆ, ਦੈਟ ਡਜ਼ ਨਾਟ ਓਨਲੀ ਇਫੈਕਟ ਅ ਫਿਜ਼ੀਕਲ ਡਿਵੈਲਪਮੈਂਟ. ਅਗਰ ਸਾਡਾ ਖਾਣਾ ਅੱਛਾ ਨਹੀਂ ਆ, ਅਗਰ ਸਾਡਾ ਖਾਣੇ 'ਚੋਂ ਸਾਨੂੰ ਨਿਊਟ੍ਰੀਸ਼ਨ ਪ੍ਰੋਪਰਲੀ ਡਾਈਜੈਸਟ ਨਹੀਂ ਹੋ ਰਿਹਾ, ਉਹਦੇ ਨਾਲ ਸਾਡੀ ਬੋਡੀ ਨੂੰ ਤਾਂ ਫਰਕ ਪਏਗਾ ਹੀ ਪਏਗਾ, ਬਟ ਸਾਡੀ ਜਿਹੜੀ ਮੈਂਟਲ ਹੈਲਥ ਆ, ਅਸੀਂ ਲਿਥਾਰਜਿਕ ਫੀਲ ਕਰਾਂਗੇ, ਸਾਰਾ ਦਿਨ ਕੋਈ ਕੰਮ ਕਰਨ ਨੂੰ ਮਜ਼ਾ ਨਹੀਂ ਕਰੇਗਾ, ਸਾਰਾ ਦਿਨ ਸੁਸਤੀ ਖਿਲਾਰਾਂਗੇ. ਦੈਟ ਇਜ਼ ਓਨਲੀ, ਅਗਰ ਤੁਹਾਨੂੰ ਇਹ ਚੀਜ਼ਾਂ ਫੀਲ ਹੋ ਰਹੀਆਂ, ਦੈਟ ਮੀਨਸ ਯੂ ਆਰ ਨਾਟ ਹੈਵਿੰਗ ਅ ਗੁੱਡ ਨਿਊਟ੍ਰੀਸ਼ਨਲ ਫੂਡ, ਠੀਕ ਹੈ. ਸੋ ਜਿਹੜਾ ਡਾਈਟ ਆ ਉਹ ਬਹੁਤ ਇੰਪੋਰਟੈਂਟ ਆ ਸਾਡੀ ਲਾਈਫ ਦੇ ਵਿੱਚ. ਐਕਸਰਸਾਈਜ਼ ਐਂਡ ਡਾਈਟ ਇੱਕ ਤਰ੍ਹਾਂ ਦੀ ਕੋਰਿਲੇਸ਼ਨ 'ਚ ਚੱਲਦੇ ਆ. ਅਗਰ ਅਸੀਂ weight loss ਕਰਨਾ ਹੈ, ਸੋ ਨਾਟ ਓਨਲੀ ਕਿ ਅਸੀਂ ਐਕਸਰਸਾਈਜ਼ ਕਰਾਂਗੇ ਤੇ ਸਾਡੀ ਡਾਈਟ ਜਿਹੜੀ ਉਹੀ ਸਮੋਸੇ, ਭੁਜੀਆ, ਇਹ ਸਭ ਚੀਜ਼ਾਂ ਤੇ ਰਹੇਗੀ, ਨਹੀਂ. ਅਗਰ ਤੁਸੀਂ ਆਪਣੀ ਪ੍ਰੋਪਰ ਬੋਡੀ ਨੂੰ ਫਿਟ ਬਣਾਉਣਾ ਹੈ, ਠੀਕ ਹੈ, weight loss ਤਾਂ ਇੱਕ ਦੂਰ ਗੱਲ ਹੋ ਗਈ, ਆਪਣੀ ਬੋਡੀ ਨੂੰ ਪੂਰਾ ਫਿਟ ਐਂਡ ਫਾਈਨ ਕਰਨਾ ਹੈ, ਫ੍ਰੀ ਆਫ ਡਿਸੀਜ਼ਸ ਕਰਨਾ ਹੈ, ਦੈਨ ਐਕਸਰਸਾਈਜ਼ ਇਜ਼ ਵੈਰੀ ਇੰਪੋਰਟੈਂਟ, ਠੀਕ ਹੈ. एक्सरसाइज एंड ऑल्सो डाइट, ठीक है. अगर एक्सरसाइज 40% आ, ठीक है, तो बाकी सारे 80% है दैट इज आवर डाइट, ठीक है. सो डाइट इज वेरी इंपॉर्टेंट. उस तो बाद पहला ऑब्जेक्टिव की आ गया कि लोगों को दसना अबाउट द इंपॉर्टेंस ऑफ गुड न्यूट्रिशन. नाउ टू एजुकेट द पीपल अबाउट चीप एंड ईजिली अवेलेबल फूड सोर्सेज विच कैन प्रोवाइड दैम गुड न्यूट्रिशन विदिन देयर अवेलेबल मीन्स. ਹੁਣ ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜੇ ਗਰੀਬ ਲੋਕ ਆ, ਠੀਕ ਹੈ, ਉਹ ਸੋਚਦੇ ਆ ਵੀ ਅਸੀਂ ਤਾਂ ਹੀ ਨਿਊਟ੍ਰੀਸ਼ਨਲ ਹੋ ਸਕਦੇ ਜੇ ਸਾਡੇ ਕੋਲ ਪੈਸਾ, ਅਸੀਂ ਮਹਿੰਗੀਆਂ ਚੀਜ਼ਾਂ ਖਾਵਾਂਗੇ ਤਾਂ ਹੀ ਅਸੀਂ ਨਿਊਟ੍ਰੀਸ਼ਨ ਹੋ ਸਕਦੇ ਹਾਂ. ਬਹੁਤ ਸਾਰੀਆਂ ਇਹੋ ਜਿਹੇ ਫਰੂਟਸ ਨੇ, ਬਹੁਤ ਸਾਰੀਆਂ ਇਹੋ ਜਿਹੀਆਂ ਵੈਜੀਟੇਬਲਸ ਨੇ ਜਿਹੜੇ ਸਾਡੇ ਵਿਦਿਨ ਦ ਰੀਚ ਹੁੰਦੀਆਂ ਇੱਕ ਆਮ ਬੰਦੇ ਦੇ, ਐਂਡ ਉਹ ਖਾ ਕੇ ਉਹਦੇ ਵਿੱਚ ਬਹੁਤ ਸਾਰੇ ਨਿਊਟ੍ਰੀਐਂਟਸ ਹੁੰਦੇ ਆ, ਠੀਕ ਹੈ. ਸੋ ਟੂ ਐਕਸਪਲੇਨ ਇਹ ਸਾਰੀਆਂ ਚੀਜ਼ਾਂ ਨਿਊਟ੍ਰੀਸ਼ਨ ਦੀ ਆਬਜੈਕਟਿਵਸ ਹੁੰਦੇ ਆ, ਠੀਕ ਹੈ. ਟੂ ਐਕਸਪਲੇਨ ਦ ਇਫੈਕਟ ਆਫ ਸਮ ਰਿਲੇਟਡ ਫੈਕਟਰ ਕਿ ਫੂਡ ਹੈਬਿਟਸ ਕਿਹੋ ਜਿਹੀਆਂ ਹੋਣੀਆਂ ਚਾਹੀਦੀਆਂ, ਪਰਸਨਲ ਹਾਈਜੀਨ ਕਿਹੋ ਜਿਹਾ ਹੋਣਾ ਚਾਹੀਦਾ. ਉਸ ਤੋਂ ਬਾਅਦ ਫੋਰਥ ਪੁਆਇੰਟ ਕਿ ਇਹੋ ਜਿਹੇ ਵੈਲਫੇਅਰ ਜਿਹੜੇ ਹੈਲਥ ਆ ਜਾਂ ਨਿਊਟ੍ਰੀਸ਼ਨਲ ਸਰਵਿਸਿਜ਼ ਆ ਜਿਹੜੀਆਂ ਗਵਰਨਮੈਂਟ ਵੱਲੋਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਬਟ ਉਹ ਆਮ ਇਨਸਾਨ ਤੱਕ ਨਹੀਂ ਪਹੁੰਚਦੀਆਂ, ਜਾਂ ਆਮ ਇਨਸਾਨ ਨੂੰ ਜਿਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਨੂੰ ਨਹੀਂ ਪਤਾ ਲੱਗਦਾ. ਇਹਨਾਂ ਸਾਰੀਆਂ ਚੀਜ਼ਾਂ ਨੂੰ ਅਵੇਅਰ ਕਰਨਾ ਚਾਹੀਦਾ ਪੀਪਲਸ ਨੂੰ, ਰਾਈਟ. Now, good nutrition improves the nutritional status of an individual. ਜਿਹੜਾ ਗੁੱਡ ਨਿਊਟ੍ਰੀਸ਼ਨ ਹੋਏਗਾ ਉਹ ਇੱਕ ਬੰਦੇ ਦਾ ਨਿਊਟ੍ਰੀਸ਼ਨਲ ਸਟੇਟਸ ਨੂੰ ਜਿਹੜਾ ਇੰਪਰੂਵ ਕਰੇਗਾ. ਨਿਊਟ੍ਰੀਸ਼ਨਲ ਸਟੇਟਸ ਮੀਨਸ ਅ ਸਟੇਟ ਆਫ ਹੈਲਥ ਆਫ ਐਨ ਇੰਡੀਵਿਜੂਅਲ ਵਿਚ ਇਜ਼ ਦ ਰਿਜ਼ਲਟ ਆਫ ਐਫੀਸ਼ੀਐਂਸੀ ਆਫ ਯੂਟੀਲਾਈਜ਼ਸ ਆਫ ਦ ਨਿਊਟ੍ਰੀਐਂਟਸ ਇਨ ਦ ਬੋਡੀ. ਨਾਓ ਵਾਟ ਇਜ਼ ਨਿਊਟ੍ਰੀਸ਼ਨਲ ਸਟੇਟਸ? ਜਦੋਂ ਅਸੀਂ ਕੋਈ ਫੂਡ ਖਾਂਦੇ ਹਾਂ ਉਹਦੇ ਵਿੱਚ ਅਸੀਂ ਜਦੋਂ ਨਿਊਟ੍ਰੀਐਂਟਸ ਆਪਣੀ ਬੋਡੀ ਦੇ ਵਿੱਚ ਯੂਟੀਲਾਈਜ਼ ਕਰ ਰਹੇ ਹਾਂ, ਉਹ ਸਾਡੀ ਬੋਡੀ ਵਿੱਚ ਜਾ ਰਹੇ ਆ, ਉਹ ਅਸਰ ਦਿਖਾ ਰਹੇ ਆ, ਉਸ ਜਿਹੜੀ ਹੈਲਥ ਹੁੰਦੀ ਆ, ਉਹ ਜਿਹੜੀ ਸਟੇਟ ਹੁੰਦੀ ਆ, ਜਦੋਂ ਇੱਕ ਬੰਦਾ ਪੂਰੀ ਤਰ੍ਹਾਂ
ठीक हो रहा होंदा, दैट इज अ न्यूट्रिशनल स्टेटस। ओके एंड हैल्थ तो न्यूट्रिशन जड़ियां आ वो एक तरह के को रिलेशन दे विच हुंदियां। अगर असीं गुड न्यूट्रिशन लवांगे, गुड फूड खावांगे, साडी हेल्थ जड़ी आ वो अच्छी रहेगी। ठीक है, सो health and nutrition are related to each other, as good nutrition is the basis for good health and good health is objective of nutrition। अगर साडा proper nutrition नहीं होएगा, we will feel सानू एक बीमारी हो जाएगी जिहदा नाम है माल न्यूट्रिशन। माल न्यूट्रिशन दे विच दो तरह दी आंदी है, अंडर न्यूट्रिशन एंड ओवर न्यूट्रिशन, राइट। सो ये जिहड़ा आपां माल न्यूट्रिशन वाला पार्ट है इनू आपां नेक्स्ट वीडियो च कंटिन्यू करांगे। टिल देन बाय बाय एंड प्लीज अगर वीडियो तुसीं इत्थों तक देखी आ, थैंक यू फॉर वॉचिंग एंड लाइक सब्सक्राइब शेयर जरूर करियो। बाय बाय, मीट यू इन द नेक्स्ट वीडियो।